ਸਟਰੈਂਥ ਆਫ ਮਟੀਰੀਅਲਸ ਇਹ ਸਬਜੈਕਟ ਮਕੈਨੀਕਲ ਇੰਜੀਨੀਅਰਸ ਤੇ ਸਿਵਲ ਇੰਜੀਨੀਅਰਸ ਦੋਨਾਂ ਲਈ ਹੀ ਬਹੁਤ ਇੰਪੋਰਟੈਂਟ ਸਬਜੈਕਟ ਹੈ ਕਿਉਂਕਿ ਮਕੈਨੀਕਲ ਇੰਜੀਨੀਅਰਸ ਇਸ ਸਬਜੈਕਟ ਦੀ ਹੈਲਪ ਨਾਲ ਆਪਣੇ ਮਸ਼ੀਨ ਕੰਪੋਨੈਂਟਸ ਨੂੰ ਡਿਜ਼ਾਈਨ ਕਰ ਸਕਦੇ ਹੈ ਤੇ ਸਿਵਲ ਇੰਜੀਨੀਅਰਸ ਇਸ ਸਬਜੈਕਟ ਦੀ ਹੈਲਪ ਨਾਲ ਆਪਣੇ ਸਟਰਕਚਰਸ ਨੂੰ ਡਿਜ਼ਾਈਨ ਕਰ ਸਕਦੇ ਹੈ। ਮਸ਼ੀਨ ਕੰਪੋਨੈਂਟਸ ਦਾ ਮਤਲਬ ਹੈ ਮਸ਼ੀਨ ਦੇ ਉਹ ਸਾਰੇ ਪਾਰਟਸ ਜਿਨ੍ਹਾਂ ਨੂੰ ਮਿਲਾ ਕੇ ਇੱਕ ਮਸ਼ੀਨ ਨੂੰ ਤਿਆਰ ਕੀਤਾ ਗਿਆ, ਜਿਵੇਂ ਕਿ ਸ਼ਾਫਟਸ, ਗੇਅਰਸ, ਪੁਲੀਜ਼, ਚੇਨਸ, ਸਪ੍ਰੋਕੇਟਸ, ਨਟਸ, ਬੋਲਟਸ, ਜਿੰਨੇ ਵੀ ਪਾਰਟਸ ਇੱਕ ਮਸ਼ੀਨ ਦੇ ਵਿੱਚ ਯੂਜ਼ ਹੁੰਦੇ ਆ ਉਹ ਸਾਰੇ ਦੇ ਸਾਰੇ ਮਸ਼ੀਨ ਦੇ ਕੰਪੋਨੈਂਟਸ ਤੇ ਉਹਨਾਂ ਸਾਰੇ ਮਸ਼ੀਨ ਕੰਪੋਨੈਂਟਸ ਨੂੰ ਇੱਕ ਮਕੈਨੀਕਲ ਇੰਜੀਨੀਅਰ ਇਸ ਸਬਜੈਕਟ ਦੀ ਹੈਲਪ ਨਾਲ ਡਿਜ਼ਾਈਨ ਕਰ ਸਕਦਾ। ਸਟਰਕਚਰਲ ਮੈਂਬਰਸ ਦਾ ਮਤਲਬ ਹੈ ਉਹ ਮੈਂਬਰਸ ਜਿਨ੍ਹਾਂ ਦੀ ਹੈਲਪ ਨਾਲ ਸਟਰਕਚਰਸ ਨੂੰ ਕੰਸਟਰਕਟ ਕੀਤਾ ਜਾਂਦਾ ਹੈ। ਸਟਰਕਚਰਸ ਯਾਨੀ ਕਿ ਬਿਲਡਿੰਗਸ ਹੋ ਗਈਆਂ, ਫਲਾਈਓਵਰਸ ਹੋ ਗਏ, ਡੈਮਸ ਹੋ ਗਏ, ਬ੍ਰਿਜਸ ਹੋ ਗਏ, ਇਹ ਸਾਰੇ ਦੇ ਸਾਰੇ ਸਟਰਕਚਰਸ ਸਟਰਕਚਰਲ ਮੈਂਬਰਸ ਦੀ ਹੈਲਪ ਨਾਲ ਕੰਸਟਰਕਟ ਕੀਤੇ ਜਾਂਦੇ ਆ। ਤੇ ਕਿਹੜੇ ਸਟਰਕਚਰਲ ਮੈਂਬਰਸ ਹੈ ਜਿਨ੍ਹਾਂ ਦਾ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ ਇਹਨਾਂ ਸਟਰਕਚਰਸ ਦੇ ਵਿੱਚ? ਸਰੀਆਂ ਯਾਨੀ ਕਿ ਬਾਰਸ ਦਾ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ ਇਹਨਾਂ ਸਟਰਕਚਰਸ ਦੇ ਵਿੱਚ, ਤਾਂ ਬਾਰ ਵੀ ਇੱਕ ਸਟਰਕਚਰਲ ਮੈਂਬਰ ਹੈ। ਬਿਲਕੁਲ ਉਸੇ ਤਰ੍ਹਾਂ ਬੀਮਸ, ਜਦੋਂ ਆਪਾਂ ਛੱਤ ਦੇ ਵਿੱਚ ਲਿੰਟਰ ਪਾਉਂਦੇ ਆ ਤਾਂ ਉੱਥੇ ਬੀਮਸ ਦਾ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ। ਤੇ ਕਾਲਮਸ ਯਾਨੀ ਕਿ ਉਹ ਪਿਲਰਸ ਜਿਨ੍ਹਾਂ ਦੇ ਉੱਪਰ ਪੂਰੀ ਦਾ ਪੂਰੀ ਬਿਲਡਿੰਗ ਦਾ ਭਾਰ ਹੁੰਦਾ। ਤਾਂ ਇਹ ਬਾਰਸ, ਬੀਮਸ, ਕਾਲਮਸ ਇਹ ਸਾਰੇ ਦੇ ਸਾਰੇ ਸਟਰਕਚਰਲ ਮੈਂਬਰਸ ਹੈ ਤੇ ਇੱਕ ਸਿਵਲ ਇੰਜੀਨੀਅਰ ਇਹਨਾਂ ਸਾਰੇ ਸਟਰਕਚਰਲ ਮੈਂਬਰਸ ਨੂੰ ਇਸ ਸਬਜੈਕਟ ਦੀ ਹੈਲਪ ਨਾਲ ਡਿਜ਼ਾਈਨ ਕਰ ਸਕਦਾ। ਇਸ ਸਬਜੈਕਟ ਦੇ ਹੋਰ ਵੀ ਬਹੁਤ ਸਾਰੇ ਨਾਮ ਹੈ ਤੇ ਉਹ ਸਾਰੇ ਨਾਮ ਡਿਸਕਸ ਕਰਨੇ ਬਹੁਤ ਜ਼ਰੂਰੀ ਹੈ ਬਿਕਾਜ਼ ਜੇ ਸਾਨੂੰ ਉਹ ਨਾਮ ਸਮਝ ਆ ਗਏ ਤਾਂ ਸਾਨੂੰ ਇਹ ਕਲੀਅਰ ਹੋ ਜਾਏਗਾ ਕਿ ਇਸ ਸਬਜੈਕਟ ਦੇ ਵਿੱਚ ਅਸੀਂ ਅੱਗੇ ਪੜ੍ਹਨ ਕੀ ਜਾ ਰਹੇ ਹਾਂ ਤੇ ਜੋ ਕੁਝ ਵੀ ਅਸੀਂ ਪੜ੍ਹਨ ਜਾ ਰਹੇ ਹਾਂ ਉਸ ਨੌਲੇਜ ਦੀ ਹੈਲਪ ਨਾਲ ਅਸੀਂ ਆਪਣੇ ਫੀਲਡ ਦੇ ਵਿੱਚ ਅੱਗੇ ਕੀ ਕਰ ਸਕਦੇ ਹਾਂ। ਇਸ ਸਬਜੈਕਟ ਨੂੰ ਸਟਰੈਂਥ ਆਫ ਮਟੀਰੀਅਲਸ ਵੀ ਕਿਹਾ ਜਾਂਦਾ, ਮਕੈਨਿਕਸ ਆਫ ਮਟੀਰੀਅਲਸ ਵੀ ਕਿਹਾ ਜਾਂਦਾ, ਮਕੈਨਿਕਸ ਆਫ ਸੋਲਿਡਸ ਵੀ ਕਿਹਾ ਜਾਂਦਾ ਤੇ ਮਕੈਨਿਕਸ ਆਫ ਡੀਫਾਰਮੇਬਲ ਸੋਲਿਡਸ ਵੀ ਕਿਹਾ ਜਾਂਦਾ। ਹੁਣ ਇਸ ਸਬਜੈਕਟ ਦੇ ਜਿਹੜੇ ਨਾਮ ਹੈ ਉਹਨਾਂ ਵਿੱਚ ਕੁਝ ਇਦਾਂ ਦੇ ਵਰਡਸ ਨੇ ਜਿਨ੍ਹਾਂ ਨੂੰ ਜੇ ਅਸੀਂ ਸਮਝ ਲਈਏ ਤਾਂ ਸਾਨੂੰ ਇਹ ਕਲੀਅਰ ਹੋ ਜਾਊਗਾ ਕਿ ਇਸ ਸਬਜੈਕਟ ਦਾ ਆਬਜੈਕਟਿਵ ਕੀ ਹੈ ਤੇ ਅਸੀਂ ਇਸ ਸਬਜੈਕਟ ਦੇ ਵਿੱਚ ਅੱਗੇ ਕਰਨ ਕੀ ਜਾ ਰਹੇ ਹਾਂ। ਜਿੱਦਾਂ ਕਿ ਮਟੀਰੀਅਲਸ, ਸੋਲਿਡਸ, ਮਕੈਨਿਕਸ, ਡੀਫਾਰਮੇਬਲ ਸੋਲਿਡਸ ਤੇ ਸਟਰੈਂਥ, ਇਹ ਪੰਜੇ ਹੀ ਵਰਡਸ ਨੂੰ ਆਪਾਂ ਇੱਕ ਇੱਕ ਕਰਕੇ ਬਿਲਕੁਲ ਥੋਰਲੀ ਪੜਾਂਗੇ ਤਾਂ ਕਿ ਸਾਨੂੰ ਇਸ ਸਬਜੈਕਟ ਦਾ ਆਬਜੈਕਟਿਵ ਸਮਝ ਆ ਸਕੇ ਤੇ ਸਾਡਾ ਇਸ ਸਬਜੈਕਟ ਦੇ ਵਿੱਚ ਇੰਟਰਸਟ ਬਣ ਸਕੇ। ਤਾਂ ਬੱਚਿਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲੇ ਵਰਡ ਤੋਂ ਵਿਚ ਇਜ਼ ਮਟੀਰੀਅਲ। ਇਹ ਮਟੀਰੀਅਲ ਵਰਡ ਨਾਰਮਲੀ ਆਪਾਂ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਜਾਂ ਆਪਣੀਆਂ ਗੱਲਾਂ ਦੇ ਵਿੱਚ, ਆਪਣੀਆਂ ਡਿਸਕਸ਼ਨਸ ਦੇ ਵਿੱਚ ਆਪਾਂ ਇਸ ਵਰਡ ਦਾ ਵਾਰ-ਵਾਰ ਯੂਜ਼ ਕਰਦੇ ਹਾਂ ਬਟ ਐਕਚੁਅਲ ਦੇ ਵਿੱਚ ਇਸ ਵਰਡ ਦਾ ਮਤਲਬ ਕੀ ਹੈ ਇਹ ਪਤਾ ਹੋਣਾ ਇੱਕ ਇੰਜੀਨੀਅਰ ਲਈ ਬਹੁਤ ਜ਼ਰੂਰੀ ਹੈ। ਆਪਾਂ ਕਿਹਨੂੰ ਮਟੀਰੀਅਲ ਕਹਿ ਸਕਦੇ ਹਾਂ ਜਾਂ ਮਟੀਰੀਅਲ ਵਰਡ ਦਾ ਐਕਚੁਅਲ ਮਤਲਬ ਕੀ ਹੈ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਬੱਚੇ ਜਿਹੜਾ ਮਟੀਰੀਅਲ ਵਰਡ ਹੈ ਇਹ ਲੈਟਿਨ ਭਾਸ਼ਾ ਦੇ ਇੱਕ ਵਰਡ ਮੈਟਰ ਤੋਂ ਬਣਿਆ। ਮੈਂ ਰਿਪੀਟ ਕਰ ਰਿਹਾ, ਜਿਹੜਾ ਮਟੀਰੀਅਲ ਵਰਡ ਹੈ ਜਿਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਲੈਟਿਨ ਭਾਸ਼ਾ ਦੇ ਇੱਕ ਵਰਡ ਮੈਟਰ ਤੋਂ ਬਣਿਆ। ਤਾਂ ਮਟੀਰੀਅਲ ਨੂੰ ਸਮਝਣ ਤੋਂ ਪਹਿਲਾਂ ਆਪਾਂ ਇਸ ਵਰਡ ਮੈਟਰ ਨੂੰ ਸਮਝਾਂਗੇ ਕਿ ਮੈਟਰ ਦਾ ਮਤਲਬ ਕੀ ਹੈ। ਆਪਾਂ ਮੈਟਰ ਕਿਹਨੂੰ ਕਹਿ ਸਕਦੇ ਹਾਂ? ਬੱਚਿਓ ਮੈਟਰ ਦਾ ਮਤਲਬ ਹੁੰਦਾ ਮਦਰ ਯਾਨੀ ਕਿ ਮਾਂ ਜੋ ਜਨਮ ਦਿੰਦੀ ਹੈ। ਬਿਲਕੁਲ ਜਿਸ ਤਰ੍ਹਾਂ ਮਾਂ ਜਨਮ ਦਿੰਦੀ ਹੈ ਉਸੇ ਤਰ੍ਹਾਂ ਮੈਟਰ ਉਹ ਸਬਸਟੈਂਸ ਹੈ ਜਿਹਨੇ ਇਸ ਪੂਰੀ ਦੁਨੀਆ ਨੂੰ ਜਨਮ ਦਿੱਤਾ। ਪੂਰੀ ਦੁਨੀਆ ਨੂੰ ਜਨਮ ਦੇਣ ਦਾ ਮਤਲਬ ਕਿ ਅਸੀਂ ਆਸੇ-ਪਾਸੇ ਜਿੰਨਾ ਕੁਝ ਵੀ ਦੇਖਦੇ ਹਾਂ ਹਰ ਇੱਕ ਚੀਜ਼ ਕਿਹਦੇ ਤੋਂ ਬਣੀ ਹੈ? ਮੈਟਰ ਤੋਂ ਬਣੀ ਹੈ। ਤੁਹਾਡਾ ਇਹ ਫੋਨ ਜਾਂ ਤੁਹਾਡਾ ਇਹ ਲੈਪਟਾਪ ਜਿਹਦੇ ਉੱਪਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹ ਕਿਹਦੇ ਤੋਂ ਬਣਿਆ? ਇਹ ਮੈਟਰ ਤੋਂ ਬਣਿਆ। ਤੁਸੀਂ ਕਿਹਦੇ ਤੋਂ ਬਣੇ ਹੋ? ਮੈਟਰ ਤੋਂ ਬਣੇ ਹੋ। ਤੁਹਾਡੇ ਘਰ ਦੇ ਵਿੱਚ ਇੱਕ ਇੱਕ ਇੱਟ ਜਾਂ ਇੱਕ ਇੱਕ ਸੀਮੈਂਟ ਦਾ ਜਿਹੜਾ ਪਾਰਟੀਕਲ ਹੈ ਉਹ ਕਿਹਦੇ ਤੋਂ ਬਣਿਆ? ਮੈਟਰ ਤੋਂ ਬਣਿਆ। ਤੁਹਾਡੇ ਪੂਰੇ ਪਿੰਡ ਕਿਹਦੇ ਤੋਂ ਬਣੇ ਆ? ਮੈਟਰ ਤੋਂ। ਸ਼ਹਿਰ ਕਿਹਦੇ ਤੋਂ ਬਣੇ ਆ? ਮੈਟਰ ਤੋਂ ਬਣੇ ਆ। ਸਮੁੰਦਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਕੀ ਹੈ? ਉਹ ਮੈਟਰ ਹੈ। ਸਾਡੇ ਐਟਮੋਸਫੇਅਰ ਦੇ ਵਿੱਚ ਜਿਹੜੀ ਹਵਾ ਹੈ ਉਹ ਕੀ ਹੈ? ਉਹ ਮੈਟਰ ਹੈ। ਮਤਲਬ ਇਹ ਸਾਡਾ ਪਲੈਨਟ ਅਰਥ ਪੂਰੇ ਦਾ ਪੂਰਾ ਪਲੈਨਟ ਕਿਹਦੇ ਤੋਂ ਬਣਿਆ? ਮੈਟਰ ਤੋਂ ਬਣਿਆ। ਤੇ ਸਿਰਫ ਪਲੈਨਟ ਅਰਥ ਹੀ ਨਹੀਂ, ਇਸ ਪੂਰੇ ਯੂਨੀਵਰਸ ਦੇ ਵਿੱਚ ਜਿੰਨੇ ਵੀ ਪਲੈਨਟਸ ਹੈ ਜਾਂ ਜਿੰਨੇ ਵੀ ਸਟਾਰਸ ਹੈ, ਜੋ ਕੁਝ ਵੀ ਅਸੀਂ ਆਪਣੇ ਆਸੇ-ਪਾਸੇ ਦੇਖ ਰਹੇ ਹਾਂ ਉਹ ਹਰ ਇੱਕ ਚੀਜ਼ ਕਿਹਦੇ ਤੋਂ ਬਣੀ ਹੈ? ਮੈਟਰ ਤੋਂ ਬਣੀ ਹੈ। ਤਾਂ ਮੈਟਰ ਨੂੰ ਕਿਸ ਤਰੀਕੇ ਨਾਲ ਡਿਫਾਈਨ ਕੀਤਾ ਜਾ ਸਕਦਾ ਹੈ? ਇੱਕ ਸਿੰਪਲ ਜੀ ਲਾਈਨ ਦੇ ਵਿੱਚ ਮੈਟਰ ਨੂੰ ਡਿਫਾਈਨ ਕੀਤਾ ਜਾ ਸਕਦਾ ਹੈ that matter is the stuff that makes up universe। ਮਤਲਬ ਮੈਟਰ ਉਹ ਸਟਫ ਹੈ ਜਿਹੜਾ ਇਸ ਯੂਨੀਵਰਸ ਨੂੰ ਬਣਾਉਂਦਾ। ਇਹਦਾ ਮਤਲਬ ਅਸੀਂ ਆਸੇ-ਪਾਸੇ ਜੋ ਕੁਝ ਵੀ ਅਸੀਂ ਆਪਣੇ ਆਸੇ-ਪਾਸੇ ਜੋ ਕੁਝ ਵੀ ਦੇਖਦੇ ਹਾਂ ਹਰ ਇੱਕ ਚੀਜ਼ ਨੂੰ ਮੈਟਰ ਕਿਹਾ ਜਾ ਸਕਦਾ ਹੈ। ਹਰ ਇੱਕ ਚੀਜ਼ ਜੋ ਸਾਡੇ ਆਸੇ-ਪਾਸੇ ਹੈ ਹਰ ਇੱਕ ਚੀਜ਼ ਨੂੰ ਅਸੀਂ ਮੈਟਰ ਕਹਿ ਸਕਦੇ ਹਾਂ। ਸਾਇੰਸ ਦੇ ਵਿੱਚ ਮੈਟਰ ਨੂੰ ਕਿਸ ਤਰੀਕੇ ਨਾਲ ਡਿਫਾਈਨ ਕੀਤਾ ਗਿਆ? ਥੋੜੀ ਜਿਹੀ ਟੈਕਨੀਕਲ ਡੈਫੀਨੇਸ਼ਨ ਹੈ ਸਾਇੰਸ ਦੇ ਵਿੱਚ ਬਟ ਬਿਲਕੁਲ ਸਿੰਪਲ ਹੈ। ਸਾਇੰਸ ਕਹਿੰਦੀ ਹੈ that matter is anything that has some mass
एंड ऑक्यूपाई सम स्पेस। मैं रिपीट कर रहा तीन चीज़ों के विच मैटर इज एनीथिंग, कोई भी चीज़, मैटर इज एनीथिंग दैट हैज सम मास, जिहदा कुछ भार है, एंड ऑक्यूपाई सम स्पेस, तो जो कोई जगह घेर रही है तो मैटर है, तो वो मैटर है। मैटर इज एनीथिंग दैट हैज सम मास एंड ऑक्यूपाई सम स्पेस, तो आप उस चीज़ को मैटर कह सकते हैं। तो मैटर दी दो डेफिनेशंस है, एक बिल्कुल जनरल जी डेफिनेशन है तो एक थोड़ी जी टेक्निकल डेफिनेशन है। तो दो डेफिनेशंस की है जिहड़ियां आपां डिस्कस कीतियां। पहली डेफिनेशन, मैटर इज द स्टफ दैट मेक्स अप यूनिवर्स, मैटर वो स्टफ है जिहड़ा इस पूरे यूनिवर्स को बनाता है। तो दूसरी डेफिनेशन की है, मैटर इज एनीथिंग दैट हैज सम मास एंड ऑक्यूपाई सम स्पेस। तो इत्थों तक तुहानूं काफ़ी हद तक क्लैरिटी आ जानी चाहिए है कि असी मैटर किहनूं कह सकते हैं। तो ਇਹਦਾ ਨੈਕਸਟ ਪਾਰਟ ਕੀ ਬਣਦਾ ਹੈ, ਜੇ ਤੁਸੀਂ ਮੈਟਰ ਨੂੰ ਆਬਜ਼ਰਵ ਕਰੋ, ਜੇ ਤੁਸੀਂ ਮੈਟਰ ਨੂੰ ਆਪਣੇ ਆਸੇ-ਪਾਸੇ ਦੀਆਂ ਚੀਜ਼ਾਂ ਨੂੰ ਆਬਜ਼ਰਵ ਕਰੋ ਤਾਂ ਤੁਸੀਂ ਦੇਖੋਗੇ ਕਿ ਸਾਡੇ ਆਸੇ-ਪਾਸੇ ਜਿੰਨੀਆਂ ਵੀ ਚੀਜ਼ਾਂ ਉਹ ਤਿੰਨ ਫਾਰਮਸ ਦੇ ਵਿੱਚ ਐਗਜ਼ਿਸਟ ਕਰਦੀਆਂ, ਤਿੰਨ ਫਾਰਮਸ ਦੇ ਵਿੱਚ। ਜੇ ਤੁਸੀਂ ਧਿਆਨ ਦਿਓ ਤੁਹਾਡੇ ਆਸੇ-ਪਾਸੇ ਜਿੰਨਾ ਵੀ ਮੈਟਰ ਹੈ ਉਹ ਤਿੰਨ ਫਾਰਮਸ ਦੇ ਵਿੱਚ ਐਗਜ਼ਿਸਟ ਕਰਦਾ ਹੈ। ਉਹ ਤਿੰਨ ਫਾਰਮਸ ਕਿਹੜੀਆਂ-ਕਿਹੜੀਆਂ? ਉਹ ਸੋਲਿਡ ਫਾਰਮ 'ਚ ਐਗਜ਼ਿਸਟ ਕਰ ਸਕਦਾ, मैटर लिक्विड फॉर्म च एग्जिस्ट कर सकता, मैटर गैसियस फॉर्म दे विच एग्जिस्ट कर सकता है। तो मैटर तीन फॉर्म्स दे विच एग्जिस्ट कर सकता है, या सॉलिड या लिक्विड या गैसेस दे विच। हुण लिक्विड्स ते गैसेस दे विच एक चीज़ कॉमन है जिहड़ी इन्हां दोनां नूं सॉलिड्स तो अलग करती है। मैं रिपीट कर रहा, लिक्विड्स ते गैसेस दे विच एक चीज़ कॉमन है जिहड़ी इन्हां दोनां नूं सॉलिड्स तो अलग करती है। वो की कि ये दोनों ही स्टेट्स ऑफ मैटर फ्लो कर सकते हैं, ये दोनों ही स्टेट्स ऑफ मैटर फ्लो कर सकते हैं। लिक्विड फ्लो कर सकता है, गैसेस फ्लो कर सकती हैं, बट सॉलिड्स फ्लो नहीं कर सकते। इस करके सॉलिड्स अलग है, तो दोनों ही लिक्विड्स ते गैसेस, ये दोनों स्टेट्स ऑफ मैटर डिफरेंट है। इस करके लिक्विड्स ते गैसेस दोनों नूं एक कैटेगरी दे विच पाया गया, एंड दैट आर फ्लूइड्स। तो फ्लूइड्स की है, फ्लूइड्स वो स्टेट ऑफ मैटर है, क्योंकि है तो मैटर ही, बट वो स्टेट ऑफ मैटर है जिहड़ी फ्लो कर सकती है। तो फ्लूइड्स दे विच की आउंदा, लिक्विड्स ते गैसेस। तो असीं तीन चीज़ां हुण तक डिस्कस कर चुके हैं। पहली कि मैटर किहनूं कहंदे हैं, दूसरी मैटर कितनियां स्टेट्स दे विच एग्जिस्ट करदा है ते ओह किहड़ियां स्टेट्स है, ते तीसरी मैटर दी किहड़ियां स्टेट्स है जिन्हां नूं फ्लूइड्स कहा जा सकदा है, या मैटर दी किहड़ियां स्टेट्स है जिहड़ियां फ्लो कर सकदियां। तो मैटर किहनूं कहंदे हैं, मैटर इज एनीथिंग दैट हैज सम मास एंड ऑक्यूपाई सम स्पेस। मैटर किहड़ी स्टेट दे विच एग्जिस्ट कर सकता है, मैटर सॉलिड स्टेट भी एग्जिस्ट कर सकता है, मैटर लिक्विड स्टेट दे विच भी एग्जिस्ट कर सकता है, तो मैटर गैसियस स्टेट दे विच भी एग्जिस्ट कर सकता है। फ्लूइड मैटर दा किहड़ा वो पार्ट है जिन्हों आपां फ्लूइड कह सकते हैं, या मैटर दी किहड़ियां वो स्टेट्स है जिन्हों फ्लूइड्स कहा जा सकता है। लिक्विड्स ते गैसेस इन्हां दोनां नूं फ्लूइड्स कहा जा सकता है। क्यों कह सकते हैं फ्लूइड्स? क्योंकि ये दोवें ही स्टेट्स फ्लो कर सकती हैं, हुण आपां डिस्कस करांगे दैट व्हाट इज मटीरियल, कि आपां मटीरियल किहनूं कह सकते हैं, क्योंकि यार मैटर तो हर एक चीज़ को कहा जा सकता है, बट कि हर एक चीज़ को आपां मटीरियल कह सकते हैं? नहीं, इदां बिल्कुल नहीं। तो फिर मटीरियल किहनूं कहांगे असीं? बिल्कुल ध्यान नाल इस कंसैप्ट को समझना। जिहड़ा मैटर साडे किसे काम आ सकता है ते असी उहदी हेल्प नाल कुछ बना सकते हैं, आपां उस मैटर नूं मटीरियल कहांगे। मैं रिपीट कर रहा, जिहड़ा मैटर साडे किसे काम आ सकता है ते असी उस मैटर की हेल्प नाल जे कुछ बना सकते हैं तो असी उस मैटर नूं मटीरियल कहांगे। तो मटीरियल किहड़े मैटर नूं कहा जाऊगा? जिहड़ा मैटर किसी प्रैक्टिकल एप्लीकेशन लई यूज किया जा सकता है। हुण आपां मटीरियल ते मैटर दे विच जो डिफरेंस है उन्होंने एक एग्जाम्पल के नाल भी समझने की कोशिश करांगे। तो एग्जाम्पल है आयरन की, यानी कि लोहे की। क्योंकि लोहा जे आपां अपने आसे पासे देखिए तो तकरीबन हर एप्लीकेशन के विच तुहानूं लोहे का यूज जरूर मिलेगा। जे तुसीं अपने घर दीयां कंधां विच देखो तो तुहाडे घर दे कंधां दे विच सरिया है, वो सरिया किहदे तो बनिया? स्टील तो बनिया। तुहाडी घर दी जिहड़ी छत है उहदे विच भी सरिया है, वो सरिया किहदे तो बनिया? स्टील तो बनिया। जिन्नियां भी बिल्डिंग्स या जिन्ने भी स्ट्रक्चर्स आपां अपने आसे पासे देखते हैं उन्हां दे विच आयरन का बहुत ज्यादा यूज होता है।
ਜਿਵੇਂ ਰੇਲਵੇ ਲਾਈਨਸ ਦੀ ਗੱਲ ਕਰਾਂ, ਰੇਲਵੇ ਲਾਈਨਸ ਵੀ ਕਿਹਦੇ ਤੋਂ ਬਣਦੀਆਂ? ਆਇਰਨ ਤੋਂ ਬਣਦੀਆਂ ਜਾਂ ਸਟੀਲ ਤੋਂ ਬਣਦੀਆਂ। ਤੇ ਸਟੀਲ ਕਿਹਦੇ ਤੋਂ ਬਣਦਾ? ਆਇਰਨ ਤੋਂ ਬਣਦਾ। ਤਾਂ ਆਇਰਨ ਜੋ ਆਪਣੇ ਆਸੇ-ਪਾਸੇ ਤਕਰੀਬਨ ਹਰ ਇੱਕ ਐਪਲੀਕੇਸ਼ਨ ਦੇ ਵਿੱਚ ਯੂਜ਼ ਹੋ ਰਿਹਾ ਹੈ, ਇਹ ਆਇਰਨ ਜਿਹਨੂੰ ਆਪਾਂ ਐਜ਼ ਅ ਮਟੀਰੀਅਲ ਤਕਰੀਬਨ ਹਰ ਐਪਲੀਕੇਸ਼ਨ ਦੇ ਵਿੱਚ ਯੂਜ਼ ਕਰਦੇ ਹਾਂ, ਇਹ ਆਇਰਨ ਦਾ ਸਫ਼ਰ ਸ਼ੁਰੂ ਕਿੱਥੋਂ ਹੁੰਦਾ? ਮਤਲਬ ਇਹ ਆਇਰਨ ਆਪਾਂ ਨੂੰ ਮਿਲਿਆ ਕਿੱਥੋਂ? ਇਹ ਆਇਰਨ ਆਪਾਂ ਨੂੰ ਨੇਚਰ ਤੋਂ ਮਿਲਿਆ, ਕੁਦਰਤ ਤੋਂ ਮਿਲਿਆ। ਬਟ ਆਇਰਨ ਕਦੇ ਵੀ ਨੇਚਰ ਦੇ ਵਿੱਚ ਪਿਓਰ ਫਾਰਮ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ। ਆਇਰਨ ਹਮੇਸ਼ਾ ਆਇਰਨ ਓਰਸ ਦੀਆਂ ਫਾਰਮ ਵਿੱਚ ਐਗਜ਼ਿਸਟ ਕਰਦਾ ਹੈ। ਹੁਣ ਆਇਰਨ ਓਰਸ ਕੀ ਹੈ? ਆਇਰਨ ਆਪਾਂ ਨੂੰ ਇਸ ਅਰਥ ਦੇ ਵਿੱਚ ਕੁਝ ਇੰਪਿਉਰਿਟੀਜ਼ ਦੇ ਨਾਲ ਮਿਲਦਾ, ਕੁਝ ਇੰਪਿਉਰਿਟੀਜ਼ ਦੇ ਨਾਲ ਮਿਕਸਡ ਹੁੰਦਾ, ਤੇ ਉਹ ਆਇਰਨ ਤੇ ਉਹ ਇੰਪਿਉਰਿਟੀਜ਼ ਨੂੰ ਮਿਲਾ ਕੇ ਬਣਦਾ ਆਇਰਨ ਓਰ। ਤੇ ਇਹ ਆਇਰਨ ਓਰ ਦੀਆਂ ਜਿਹੜੀਆਂ ਮਾਈਨਸ ਹੁੰਦੀਆਂ, ਜਿਹੜੀਆਂ ਖਦਾਨਾਂ ਹੁੰਦੀਆਂ, ਉੱਥੇ ਜਾ ਕੇ ਆਪਾਂ ਮਾਈਨਿੰਗ ਕਰਦੇ ਹਾਂ ਤੇ ਮਾਈਨਿੰਗ ਕਰਕੇ ਆਪਾਂ ਆਇਰਨ ਓਰ ਨੂੰ ਐਕਸਟ੍ਰੈਕਟ ਕਰ ਲੈਂਦੇ ਆ, ਆਇਰਨ ਓਰ ਨੂੰ ਉੱਥੋਂ ਇਕੱਠਾ ਕਰ ਲੈਂਦੇ ਆ। ਤੇ ਫਿਰ ਆਪਾਂ ਉਸ ਆਇਰਨ ਓਰ ਨੂੰ ਲੈ ਕੇ ਜਾਂਦੇ ਆ ਸਟੀਲ ਪ੍ਰੋਸੈਸਿੰਗ ਇੰਡਸਟਰੀਜ਼ ਦੇ ਵਿੱਚ ਜਾਂ ਪ੍ਰੋਸੈਸਿੰਗ ਇੰਡਸਟਰੀਜ਼ ਦੇ ਵਿੱਚ, ਜਿੱਥੇ ਆਪਾਂ ਆਇਰਨ ਓਰ ਦੇ ਵਿੱਚੋਂ ਇੰਪਿਉਰਿਟੀਜ਼ ਨੂੰ ਅਲੱਗ ਕਰ ਦਿੰਦੇ ਆ ਤੇ ਆਇਰਨ ਨੂੰ ਅਲੱਗ ਕਰ ਦਿੰਦੇ ਆ। ਹੁਣ ਜੋ ਪਿਓਰ ਫਾਰਮ ਆਫ ਆਇਰਨ ਆਪਣੇ ਕੋਲ ਬਚਿਆ, ਇਸ ਆਇਰਨ ਤੋਂ ਹੀ ਆਪਾਂ ਅੱਗੇ ਬਹੁਤ ਤਰ੍ਹਾਂ ਦੇ ਅਲੋਇਜ਼ ਬਣਾ ਸਕਦੇ ਹਾਂ, ਜਿੱਦਾਂ ਕਿ ਸਟੀਲ ਬਣਾ ਸਕਦੇ ਹੋ, ਸਟੇਨਲੈਸ ਸਟੀਲ ਬਣਾ ਸਕਦੇ ਹੋ, ਹਾਈ ਸਪੀਡ ਸਟੀਲਸ ਬਣਾ ਸਕਦੇ ਹੋ, ਲੋ ਕਾਰਬਨ ਸਟੀਲਸ ਬਣਾ ਸਕਦੇ ਹੋ, ਮੀਡੀਅਮ ਕਾਰਬਨ ਸਟੀਲਸ ਬਣਾ ਸਕਦੇ ਹੋ, ਹਾਈ ਕਾਰਬਨ ਸਟੀਲਸ ਬਣਾ ਸਕਦੇ ਹੋ। ਤਾਂ ਬਹੁਤ ਸਾਰੀਆਂ ਐਪਲੀਕੇਸ਼ਨਸ ਹੁੰਦੀਆਂ ਇਹਨਾਂ ਸਾਰੇ ਤਰ੍ਹਾਂ ਦੀਆਂ ਸਟੀਲਸ ਦੀਆਂ। ਤਾਂ ਹੁਣ ਜੇ ਆਪਾਂ ਇਸ ਐਗਜ਼ਾਮਪਲ ਦੇ ਵਿੱਚ ਆਪਾਂ ਇਹ ਦੇਖਣਾ ਹੈ ਕਿ ਯਾਰ ਮੈਟਰ ਕੀ ਸੀ ਤੇ ਮਟੀਰੀਅਲ ਕੀ ਹੈ। ਮੈਟਰ ਕੀ ਸੀ ਤੇ ਮਟੀਰੀਅਲ ਕੀ ਹੈ? ਆਇਰਨ ਓਰ ਤੋਂ ਬਣਿਆ ਆਇਰਨ ਓਰ ਤੋਂ ਬਣਿਆ ਆਇਰਨ। ਪਰ ਜੇ ਆਪਾਂ ਇਹਨਾਂ ਦੋਵਾਂ ਨੂੰ ਦੇਖੀਏ, ਆਇਰਨ ਓਰ ਸਾਡੇ ਕਿਸੇ ਕੰਮ ਦਾ ਨਹੀਂ ਹੈ। ਇੱਕ ਨਾਰਮਲ ਇਨਸਾਨ ਕੀ ਦੇਖੇਗਾ? ਜਸਟ ਮਿੱਟੀ ਦਾ ਪਹਾੜ ਦੇਖੇਗਾ। ਬਟ ਇੱਕ ਇੰਜੀਨੀਅਰ ਨੂੰ ਜਾਂ ਇੱਕ ਸਾਇੰਟਿਸਟ ਨੂੰ ਕੀ ਦੇਖਦਾ ਉਹਦੇ ਵਿੱਚ? ਉਹਨੂੰ ਪਤਾ ਹੈ ਕਿ ਯਾਰ ਇਸ ਪਹਾੜ ਦੇ ਵਿੱਚ ਆਇਰਨ ਓਰ ਹੈ ਜਿਹਦੇ ਤੋਂ ਲੋਹਾ ਬਣਾਇਆ ਜਾ ਸਕਦਾ ਹੈ, ਤੇ ਫਾਈਨਲੀ ਉਸ ਲੋਹੇ ਨੂੰ ਯੂਜ਼ ਕਰਕੇ ਆਪਾਂ ਫਰਦਰ ਅੱਗੇ ਬਹੁਤ ਸਾਰੀਆਂ ਐਪਲੀਕੇਸ਼ਨਸ ਦੇ ਵਿੱਚ ਉਸ ਲੋਹੇ ਦਾ ਯੂਜ਼ ਕਰ ਸਕਦੇ ਹਾਂ। ਮਤਲਬ ਸਾਡੀ ਇਸ ਐਗਜ਼ਾਮਪਲ ਦੇ ਵਿੱਚ ਜਿਹੜਾ ਆਇਰਨ ਓਰ ਹੈ ਉਹ ਜਸਟ ਇੱਕ ਫਾਰਮ ਆਫ ਮੈਟਰ ਹੈ, ਜਸਟ ਇੱਕ ਫਾਰਮ ਆਫ ਮੈਟਰ ਹੈ। ਬਟ ਇਸ ਆਇਰਨ ਓਰ ਦੇ ਵਿੱਚੋਂ ਜਦੋਂ ਇੰਪਿਉਰਿਟੀਜ਼ ਨੂੰ ਅਲੱਗ ਕਰਕੇ ਆਪਾਂ ਪਿਓਰ ਫਾਰਮ ਆਫ ਆਇਰਨ ਜਿਹੜਾ ਲੈ ਕੇ ਆਉਣੇ ਆ, ਇਸ ਪਿਓਰ ਫਾਰਮ ਆਫ ਆਇਰਨ ਨੂੰ ਫਰਦਰ ਅੱਗੇ ਬਹੁਤ ਸਾਰੀਆਂ ਐਪਲੀਕੇਸ਼ਨਸ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਹੈ। ਇਸ ਕਰਕੇ ਇਹ ਆਇਰਨ ਜੋ ਆਪਾਂ ਆਇਰਨ ਓਰ ਤੋਂ ਅਲੱਗ ਕੀਤਾ ਹੈ, ਇਹ ਆਇਰਨ ਆਪਣੇ ਲਈ ਇੱਕ ਮਟੀਰੀਅਲ ਹੈ। ਇਹ ਆਇਰਨ ਆਪਣੇ ਲਈ ਇੱਕ ਮਟੀਰੀਅਲ ਹੈ। ਤਾਂ ਇਸ ਐਗਜ਼ਾਮਪਲ ਦੇ ਵਿੱਚ ਆਇਰਨ ਓਰ ਕੀ ਸੀ? ਆਇਰਨ ਓਰ ਮੈਟਰ ਹੈ, ਜਸਟ ਮੈਟਰ ਹੈ। ਬਟ ਇਸ ਆਇਰਨ ਓਰ ਦੇ ਵਿੱਚੋਂ ਜਦੋਂ ਆਇਰਨ ਨੂੰ ਅਲੱਗ ਕਰ ਲਿਆ, ਤਾਂ ਇਹ ਜਿਹੜਾ ਆਇਰਨ ਹੈ ਇਹਨੂੰ ਅਸੀਂ ਅੱਗੇ ਕਾਫੀ ਐਪਲੀਕੇਸ਼ਨਸ ਦੇ ਵਿੱਚ ਕਿਉਂਕਿ ਯੂਜ਼ ਕਰ ਸਕਦੇ ਹਾਂ, ਤਾਂ ਇਹ ਆਇਰਨ ਸਾਡੇ ਲਈ ਐਜ਼ ਅ ਮਟੀਰੀਅਲ ਕੰਮ ਕਰੇਗਾ ਅਲੱਗ-ਅਲੱਗ ਐਪਲੀਕੇਸ਼ਨਸ ਦੇ ਵਿੱਚ। ਤਾਂ ਇਹ ਬਿਲਕੁਲ ਬੇਸਿਕ ਜਿਹਾ ਡਿਫਰੈਂਸ ਹੈ ਮੈਟਰ ਤੇ ਮਟੀਰੀਅਲ ਦੇ ਵਿੱਚ। ਮੈਟਰ ਕੀ ਹੈ? ਹਰ ਉਹ ਚੀਜ਼ ਜੋ ਸਾਡੇ ਆਸੇ-ਪਾਸੇ ਹੈ ਉਹ ਮੈਟਰ ਹੈ। ਬਟ ਮਟੀਰੀਅਲ ਕੀ ਹੈ? ਸਿਰਫ ਉਹ ਮੈਟਰ ਜਿਹਨੂੰ ਅਸੀਂ ਅੱਗੇ ਕਿਤੇ ਯੂਜ਼ ਕਰ ਸਕਦੇ ਹਾਂ, ਉਹ ਸਾਡੇ ਲਈ ਮਟੀਰੀਅਲ ਹੈ। तो this was the basic difference between matter and material। ਤੇ ਹੁਣ ਤੱਕ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਯਾਰ ਆਪਾਂ ਮਟੀਰੀਅਲ ਕਿਹਨੂੰ ਕਹਿਣਾ ਹੈ। ਮਟੀਰੀਅਲ ਆਪਣੇ ਲਈ ਉਹੀ ਹੈ ਜਿਹਨੂੰ ਆਪਾਂ ਅੱਗੇ ਯੂਜ਼ ਕਰ ਸਕਦੇ ਹਾਂ ਅਲੱਗ-ਅਲੱਗ ਐਪਲੀਕੇਸ਼ਨਸ ਦੇ ਵਿੱਚ। ਹੁਣ ਜਿੱਦਾਂ ਮੈਟਰ ਤਿੰਨ ਸਟੇਟਸ ਦੇ ਵਿੱਚ ਐਗਜ਼ਿਸਟ ਕਰਦਾ ਹੈ, ਸੋਲਿਡ, ਲਿਕੁਇਡ ਐਂਡ ਗੈਸ, ਬਿਲਕੁਲ ਇਸੇ ਤਰ੍ਹਾਂ ਮਟੀਰੀਅਲਸ ਵੀ ਤਿੰਨੋਂ ਸਟੇਟਸ ਦੇ ਵਿੱਚ ਐਗਜ਼ਿਸਟ ਕਰਦੇ ਹੈ, ਸੋਲਿਡ, ਲਿਕੁਇਡ ਐਂਡ ਗੈਸ। ਹੁਣੇ ਆਪਾਂ ਆਇਰਨ ਦੀ ਗੱਲ ਕੀਤੀ ਜੋ ਕਿ ਸੋਲਿਡ ਮਟੀਰੀਅਲ ਦੀ ਇੱਕ ਐਗਜ਼ਾਮਪਲ ਹੈ, ਬਟ ਆਪਣੇ ਕੋਲ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਹੈ ਜਿਹਦੇ ਵਿੱਚ ਆਪਣੇ ਮਟੀਰੀਅਲਸ ਲਿਕੁਇਡ ਤੇ ਗੈਸੀਅਸ ਸਟੇਟ ਦੇ ਵਿੱਚ ਐਗਜ਼ਿਸਟ ਕਰਦੇ ਆ। ਐਗਜ਼ਾਮਪਲ ਦੇ ਤੌਰ ਤੇ ਆਪਣੇ ਬਾਈਕਸ ਦੇ ਵਿੱਚ ਜਾਂ ਆਪਣੀਆਂ ਕਾਰਾਂ ਦੇ ਵਿੱਚ ਜਾਂ ਆਪਣੇ ਆਟੋਮੋਬਾਈਲਸ, ਆਪਣੇ ਵਹੀਕਲਸ ਦੇ ਵਿੱਚ ਜਿਹੜਾ ਫਿਊਲ ਆਪਾਂ ਯੂਜ਼ ਕਰਦੇ ਆ ਪੈਟਰੋਲ ਤੇ ਡੀਜ਼ਲ, ਉਹ ਲਿਕੁਇਡ ਸਟੇਟ ਦੇ ਵਿੱਚ ਐਗਜ਼ਿਸਟ ਕਰਦਾ ਹੈ। ਇਦਾਂ ਹੀ ਆਪਣੇ ਇੰਜਨਸ ਦੇ ਵਿੱਚ ਜਿਹੜਾ ਮੋਬਿਲ ਆਇਲ, ਮੁਗਲੈਲ, ਜਿਹੜਾ ਕਿ ਆਪਾਂ ਲੁਬਰੀਕੇਸ਼ਨ ਦੇ ਪਰਪਸ ਲਈ ਇੰਜਨਸ ਦੇ ਵਿੱਚ ਹਰ ਸਰਵਿਸ ਤੇ ਚੇਂਜ ਕਰਵਾਉਨੇ ਆ, ਇਹ ਮੋਬਿਲ ਆਇਲ, ਇਹ ਲੁਬਰੀਕੇਟਿੰਗ ਆਇਲ ਵੀ ਕਿਹੜੀ ਸਟੇਟ ਦੇ ਵਿੱਚ ਹੈ? ਲਿਕੁਇਡ ਸਟੇਟ ਦੇ ਵਿੱਚ ਹੈ। ਤਾਂ ਇਹ ਸਾਰੇ ਜਿਹੜੀਆਂ ਐਗਜ਼ਾਮਪਲਸ ਮੈਂ ਹੁਣੇ ਗੱਲ ਕੀਤੀਆਂ, ਇਹਨਾਂ ਦੇ ਵਿੱਚ ਆਪਣੇ ਮਟੀਰੀਅਲਸ ਲਿਕੁਇਡ ਸਟੇਟ ਦੇ ਵਿੱਚ ਐਗਜ਼ਿਸਟ ਕਰਦੇ ਆ। ਬਿਲਕੁਲ ਇਸੇ ਤਰ੍ਹਾਂ ਜੇ ਆਪਾਂ ਗੈਸੀਅਸ ਸਟੇਟ ਦੇ ਵਿੱਚ ਦੇਖੀਏ ਤਾਂ ਆਪਣੇ ਘਰਾਂ ਦੇ ਵਿੱਚ ਜਿਹੜਾ ਐਲਪੀਜੀ ਸਿਲੰਡਰਸ ਦੇ ਵਿੱਚ ਆਪਣੀ ਐਲਪੀਜੀ ਗੈਸ ਹੈ, ਲਿਕੁਇਫਾਈਡ ਪੈਟਰੋਲੀਅਮ ਗੈਸ, ਜਿਹੜੀ ਆਪਾਂ ਕੁਕਿੰਗ ਦੇ ਲਈ ਯੂਜ਼ ਕਰਦੇ ਹਾਂ, ਉਹ ਗੈਸੀਅਸ ਸਟੇਟ ਦੇ ਵਿੱਚ ਹੈ। ਇਦਾਂ ਹੀ ਸੀਐਨਜੀ, ਕੰਪਰੈਸਡ ਨੈਚੁਰਲ ਗੈਸ ਦਾ ਯੂਜ਼ ਹੁੰਦਾ ਆਪਣੇ ਵਹੀਕਲਸ ਦੇ ਵਿੱਚ ਐਜ਼ ਅ ਫਿਊਲ, ਪੈਟਰੋਲ ਜਾਂ ਡੀਜ਼ਲ ਦੀ ਜਗ੍ਹਾ ਤੇ। ਉਸ ਕੇਸ ਦੇ ਵਿੱਚ ਆਪਣਾ ਫਿਊਲ ਕਿਹੜੀ ਸਟੇਟ ਦੇ ਵਿੱਚ ਹੈ? ਗੈਸੀਅਸ ਸਟੇਟ ਦੇ ਵਿੱਚ ਹੈ। ਬਿਲਕੁਲ ਇਸੇ ਤਰ੍ਹਾਂ ਆਪਣੇ
एयर कंडीशनर्स ਦੇ ਵਿੱਚ ਜਾਂ ਆਪਣੇ ਰੈਫਰੀਜਰੇਟਰਸ ਦੇ ਵਿੱਚ ਕੂਲਿੰਗ ਵਾਸਤੇ ਆਪਾਂ ਗੈਸ ਦਾ ਯੂਜ਼ ਕਰਦੇ ਹਾਂ। ਆਪਾਂ ਨਾਰਮਲੀ ਕਹਿੰਦੇ ਆ ਕਿ ਯਾਰ ਗੈਸ ਖਤਮ ਹੋ ਗਈ ਜਿਹਦੇ ਕਰਕੇ ਕੂਲਿੰਗ ਜਿਹੜੀ ਆ ਉਹ ਘਟ ਗਈ ਆ ਤਾਂ ਗੈਸ ਪਵਾਉਣੀ ਪਊਗੀ। ਤਾਂ ਉਹ ਗੈਸ ਕਾਦੇ ਵਾਸਤੇ ਯੂਜ਼ ਹੋ ਰਹੀ ਹੈ 에ਅਰ ਕੰਡੀਸ਼ਨਰਸ ਜਾਂ ਰੈਫਰੀਜਰੇਟਰਸ ਦੇ ਵਿੱਚ ਕੂਲਿੰਗ ਇਫੈਕਟ ਪ੍ਰੋਵਾਈਡ ਕਰਨ ਲਈ। ਤਾਂ ਇਹਨਾਂ ਕੇਸਸ ਦੇ ਵਿੱਚ ਜਿਹੜਾ ਰੈਫਰੀਜਰੈਂਟ ਯੂਜ਼ ਹੋ ਰਿਹਾ ਉਹ ਵੀ ਗੈਸੀਅਸ ਸਟੇਟ ਦੇ ਵਿੱਚ ਹੈ। ਤਾਂ ਆਪਣੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਆ ਆਪਣੇ ਆਸੇ-ਪਾਸੇ ਜਿਹਦੇ ਵਿੱਚ ਮਟੀਰੀਅਲਸ ਸੋਲਿਡ ਸਟੇਟ, ਲਿਕੁਇਡ ਸਟੇਟ ਤੇ ਗੈਸੀਅਸ ਸਟੇਟ ਦੇ ਵਿੱਚ ਐਗਜ਼ਿਸਟ ਕਰ ਸਕਦੇ ਆ। ਬਟ ਆਪਾਂ ਇਸ ਸਬਜੈਕਟ ਦੇ ਵਿੱਚ ਕੀ ਪੜਨਾ ਹੈ ਆਪਾਂ ਉਹਨੂੰ ਡਿਸਕਸ ਕਰਾਂਗੇ। ਬਟ ਫॉर ਦਾ ਟਾਈਮ ਬਿੰਗ ਇਥੋਂ ਤੱਕ ਆਪਾਂ ਨੂੰ ਇਹ ਕਲੈਰਿਟੀ ਆ ਜਾਣੀ ਚਾਹੀਦੀ ਆ ਕਿ ਮੈਟਰ ਤੇ ਮਟੀਰੀਅਲ 'ਚ ਡਿਫਰੈਂਸ ਕੀ ਹੈ ਤੇ ਮੈਟਰ ਤਿੰਨ ਸਟੇਟਸ ਦੇ ਵਿੱਚ ਐਗਜ਼ਿਸਟ ਕਰ ਸਕਦਾ ਹੈ, ਮਟੀਰੀਅਲ ਵੀ ਤਿੰਨੋਂ ਸਟੇਟਸ ਦੇ ਵਿੱਚ ਐਗਜ਼ਿਸਟ ਕਰ ਸਕਦਾ ਹੈ, ਦੈਟ ਇਜ਼ ਸੋਲਿਡ, ਲਿਕੁਇਡ ਐਂਡ ਗੈਸ। ਹੁਣ ਆਪਾਂ ਆਪਣੇ ਦੂਸਰੇ ਵਰਡ ਤੇ ਚੱਲਦੇ ਹਾਂ। ਆਪਣੇ ਸਬਜੈਕਟ ਦੇ ਜਿਹੜੇ ਨਾਮ ਸੀ ਉਹਨਾਂ ਚੋਂ ਆਪਾਂ 5 ਵਰਡਸ ਨੂੰ ਅਲੱਗ ਕੀਤਾ ਸੀ which is materials, solids, mechanics, deformable solids ਤੇ strength। ਜਿਹਦੇ ਵਿੱਚੋਂ ਆਪਾਂ ਪਹਿਲਾ ਵਰਡ ਮਟੀਰੀਅਲ ਬਿਲਕੁਲ ਥੋਰਲੀ ਡਿਸਕਸ ਕਰ ਚੁੱਕੇ ਹਾਂ ਤੇ ਹੁਣ ਆਪਾਂ ਆਪਣੇ ਸੈਕੰਡ ਵਰਡ ਤੇ ਮੂਵ ਕਰਾਂਗੇ which is solids। ਬੱਚੋ ਇਹ ਦੂਸਰੇ ਵਰਡ ਦੇ ਵਿੱਚ ਜ਼ਿਆਦਾ ਕੁਝ ਸਮਝਣ ਵਾਲਾ ਤਾਂ ਨਹੀਂ ਹੈ ਬਟ ਹਾਂ ਇੱਥੇ ਆਪਾਂ ਨੂੰ ਇਹ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਆਪਾਂ ਆਪਣੇ ਇਸ ਸਬਜੈਕਟ ਦੇ ਵਿੱਚ ਕਿਤੇ ਵੀ ਲਿਕੁਇਡ ਤੇ ਗੈਸੀਅਸ ਮਟੀਰੀਅਲਸ ਦੇ ਨਾਲ ਡੀਲ ਨਹੀਂ ਕਰਾਂਗੇ। ਆਪਣੀ ਡਿਸਕਸ਼ਨ ਸਿਰਫ ਤੇ ਸਿਰਫ ਸੋਲਿਡ ਮਟੀਰੀਅਲਸ ਦੇ ਉੱਪਰ ਹੋਵੇਗੀ। ਯਾਨੀ ਕਿ ਇਸ ਪੂਰੇ ਸਬਜੈਕਟ ਦੇ ਵਿੱਚ ਆਪਾਂ ਜਿਹੜੇ ਵੀ ਮਸ਼ੀਨ ਕੰਪੋਨੈਂਟਸ ਜਾਂ ਸਟਰਕਚਰਲ ਮੈਂਬਰਸ ਨੂੰ ਡਿਜ਼ਾਈਨ ਕਰਨਾ ਸਿੱਖਾਂਗੇ ਉਹ ਸਿਰਫ ਤੇ ਸਿਰਫ ਸੋਲਿਡ ਮਟੀਰੀਅਲਸ ਦੇ ਨਾਲ ਹੀ ਬਣੇ ਹੋਣਗੇ। ਕਿਉਂਕਿ ਤੁਸੀਂ ਲਿਕੁਇਡ ਤੇ ਗੈਸੀਅਸ ਮਟੀਰੀਅਲਸ ਨੂੰ ਹੋਰ ਸਬਜੈਕਟਸ ਦੇ ਵਿੱਚ ਪੜ੍ਹਦੇ ਹੋ ਜਿੱਦਾਂ ਹਾਈਡ੍ਰੋਲਿਕਸ ਐਂਡ ਨਿਊਮੈਟਿਕਸ ਦੇ ਵਿੱਚ ਤੁਸੀਂ ਲਿਕੁਇਡਸ ਨੂੰ ਡਿਸਕਸ ਕਰਦੇ ਹੋ। ਬਟ ਜੇ ਤੁਸੀਂ ਥਰਮੋਡਾਇਨਾਮਿਕਸ ਦੀ ਗੱਲ ਕਰੋ ਥਰਮੋਡਾਇਨਾਮਿਕਸ ਦੇ ਵਿੱਚ ਤੁਸੀਂ ਗੈਸਸ ਦੇ ਨਾਲ ਡੀਲ ਕਰਨਾ। ਤਾਂ ਆਪਣੇ ਕੋਲ ਆਪਣੇ ਇਸ ਸਮੈਸਟਰ ਦੇ ਵਿੱਚ 3 ਅਲੱਗ-ਅਲੱਗ ਸਬਜੈਕਟਸ ਹੈ ਜਿਨ੍ਹਾਂ ਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਮਟੀਰੀਅਲਸ ਦੀ ਥਿਊਰੀ ਨੂੰ ਪੜ੍ਹਨਾ ਹੈ। ਇਸ ਸਬਜੈਕਟ ਦੇ ਵਿੱਚ ਆਪਾਂ ਸੋਲਿਡਸ ਨੂੰ ਪੜਾਂਗੇ, ਹਾਈਡ੍ਰੋਲਿਕਸ ਐਂਡ ਨਿਊਮੈਟਿਕਸ ਦੇ ਵਿੱਚ ਜ਼ਿਆਦਾਤਰ ਤੁਸੀਂ ਲਿਕੁਇਡਸ ਨੂੰ ਪੜ੍ਹਦੇ ਹੋ ਤੇ ਥਰਮੋਡਾਇਨਾਮਿਕਸ ਦੇ ਵਿੱਚ ਜ਼ਿਆਦਾਤਰ ਤੁਸੀਂ ਗੈਸਸ ਨੂੰ ਡਿਸਕਸ ਕਰੋਗੇ। ਤਾਂ ਬੱਚਿਓ ਇੱਥੇ ਤੁਹਾਨੂੰ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਆਪਾਂ ਕਿਹੜੇ ਮਟੀਰੀਅਲਸ ਦੇ ਨਾਲ ਡੀਲ ਕਰਨਾ ਹੈ। ਇਸ ਪੂਰੇ ਸਬਜੈਕਟ ਦੇ ਵਿੱਚ ਆਪਾਂ ਸਿਰਫ ਤੇ ਸਿਰਫ ਡਿਸਕਸ ਕਰਾਂਗੇ ਸੋਲਿਡ ਮਟੀਰੀਅਲਸ ਨੂੰ। ਤਾਂ ਇਹ ਸੀ ਆਪਣਾ ਦੂਸਰਾ ਵਰਡ ਵਿਚ ਇਜ਼ ਸੋਲਿਡਸ। ਹੁਣ ਜਿਹੜੇ ਬਾਕੀ ਬਚੇ ਵਰਡਸ ਆਪਣੇ ਕੋਲ 3 ਵਰਡਸ ਬਚੇ ਆਪਣੇ ਕੋਲ ਦੈਟ ਇਜ਼ ਮੈਕੈਨਿਕਸ, ਡੀਫਾਰਮੇਬਲ ਸੋਲਿਡਸ ਤੇ ਸਟਰੈਂਥ। ਆਪਾਂ ਨੈਕਸਟ ਲੈਕਚਰ ਦੇ ਵਿੱਚ ਇਹਨਾਂ ਵਰਡਸ ਨੂੰ ਡਿਸਕਸ ਕਰਾਂਗੇ। ਬਾਕੀ ਉਦੋਂ ਤੱਕ ਇਸ ਲੈਕਚਰ ਨੂੰ 2 ਜਾਂ 3 ਵਾਰ ਰਿਪੀਟ ਕਰੋ ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਮੈਟਰ ਤੇ ਮਟੀਰੀਅਲ ਦਾ ਕਨਸੈਪਟ ਬੈਠ ਸਕੇ। ਇਸ ਲੈਕਚਰ ਨੂੰ ਇੱਥੇ ਖਤਮ ਕਰਦੇ ਹਾਂ। ਥੈਂਕ ਯੂ ਬੱਚਿਓ, ਸਤਿ ਸ਼੍ਰੀ ਅਕਾਲ।